ਤੇ ਸਾਰੇ ਕਸ਼ਮੀਰ ਦੇ ਪੰਡਤ ਇਕੱਠੇ ਹੋਏ ਤੇ ਕਿਰਪਾ ਰਾਮ ਦੇ ਕੋਲ ਪਹੁੰਚਦੇ ਹਨ। ਕਿਰਪਾ ਰਾਮ ਕੌਣ ਹੈ ਤੇ ਉਹਦੇ ਕੋਲ ਹੀ ਕਸ਼ਮੀਰ ਦੇ ਪੰਡਤ ਕਿਉਂ ਜਾਂਦੇ ਹਨ? ਮੈਂ ਛੋਟੀ ਜੀ ਘਟਨਾ ਕਹਿ ਕੇ ਮਹਾਰਾਜ ਦੀ ਸ਼ਹੀਦੀ ਵਾਲੇ ਪਾਸੇ ਵਾਪਸ ਆਉਣ ਦਾ ਯਤਨ ਕਰਾਂਗਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਕਸ਼ਮੀਰ ਦੀ ਧਰਤੀ ਤੇ ਗਏ ਤੇ ਉੱਥੇ ਅੱਜ ਵੀ ਇੱਕ ਗੁਰਦੁਆਰਾ ਸਾਹਿਬ ਜੀ ਦਾ ਨਾਂ ਹੈ ਮਟਨ ਸਾਹਿਬ। ਇੱਥੋਂ ਦਾ ਇੱਕ ਪੁਜਾਰੀ ਸੀ, ਉੱਥੇ ਮੰਦਿਰ ਸੀ ਤੇ ਉਸ ਪੁਜਾਰੀ ਦਾ ਨਾਂ ਸੀ ਠਾਕਰਦਾਸ। ਠਾਕਰਦਾਸ ਦਾ ਅੱਗੋਂ ਪੁੱਤਰ ਸੀ ਜਿਹਦਾ ਨਾਂ ਸੀ ਬ੍ਰਹਮਦਾਸ। ਤੇ ਬ੍ਰਹਮਦਾਸ ਜਿਹੜਾ ਪੰਡਤ ਸੀ ਇਹ ਵਿਦਿਆ ਦਾ ਬਹੁਤ ਮਾਣ ਤੇ ਗਰੂਰ ਕਰਦਾ ਸੀ। ਆਪਣੇ ਗਲ 'ਚ ਸੂਤ ਦਾ ਜਨੇਊ ਪਾਇਆ ਤੇ ਇਹਨੇ ਸਾਧ ਸੰਗਤ ਜੀ ਵਿਦਿਆ ਦਾ ਬੜਾ ਗਰੂਰ ਕਰਨਾ। ਯਾਦ ਰੱਖਣਾ, ਬਾਣੀ ਕਹਿੰਦੀ ਹੈ ਜੇਤਾ ਪੜਿਆ ਤੇਤਾ ਕੜਿਆ। ਇਹਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਵਿਦਿਆ ਨਹੀਂ ਪੜ੍ਹਨੀ ਚਾਹੀਦੀ, ਪਰ ਜਿਹੜਾ ਵਿਦਿਆ ਪੜ੍ਹ ਕੇ ਵਿਦਿਆ ਦਾ ਗਰੂਰ ਕਰਦਾ ਹੈ ਉਹਨੂੰ ਗੁਰੂ ਦੀ ਬਾਣੀ ਕਹਿੰਦੀ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਹੁਣ ਇਹਦਾ ਹੰਕਾਰ ਦੂਰ ਕਰਨ ਲਈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ, ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਐ ਜੇਤੇ ਬਰਸ ਬਰਸ, ਪੜੀਐ ਜੇਤੇ ਮਾਸ, ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਮਹਾਰਾਜ ਨੇ ਕਿਹਾ ਕਿ ਬ੍ਰਹਮਦੱਤ ਕੀ ਹੋਇਆ ਵੀ ਬੰਦਾ ਪੜ ਪੜ ਕੇ ਗੱਡੀਆਂ ਲੱਦ ਲਵੇ? ਕੀ ਹੋਇਆ ਵੀ ਪੜ ਪੜ ਕੇ ਖਾਤੇ ਪੂਰੇ ਕਰ ਲਏ ਜਾਣ? ਕੀ ਹੋਇਆ ਕਿ ਬੰਦਾ ਸਾਰੀ ਉਮਰ ਪੜਦਾ ਰਵੇ, ਹਰੇਕ ਮਹੀਨੇ ਪੜਦਾ ਰਵੇ, ਮਹੀਨੇ ਗੁਜ਼ਰ ਜਾਣ, ਸਾਰੀ ਉਮਰ ਗੁਜ਼ਰ ਜਾਵੇ ਬੰਦੇ ਦੀ ਪੜਦਿਆਂ। ਪਰ ਮਹਾਰਾਜ ਨੇ ਉੱਥੇ ਇੱਕ ਗੱਲ ਕਹੀ ਸੀ ਕਿ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ, ਵੀ ਉੱਥੇ ਰੱਬ ਦੀ ਦਰਗਾਹ ਦੇ ਅੰਦਰ ਗੱਲ ਇੱਕ ਤੇ ਆ ਕੇ ਨਿਬੜਨੀ ਹੈ। ਜਦੋਂ ਇਹ ਬਚਨ ਕਿਹਾ ਉਹਨੇ ਆਪਣੇ ਗਲ 'ਚ ਪਿਆ ਜਨੇਊ ਉਤਾਰ ਦਿੱਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਧਾਰਨ ਕੀਤੀ। ਸਾਧ ਸੰਗਤ, ਇਸੇ ਬ੍ਰਹਮਦਾਸ ਦਾ ਅੱਗੋਂ ਪੁੱਤਰ ਹੋਇਆ ਜਿਹਦਾ ਨਾਂ ਸੀ ਰਾਮ ਨਰੈਣ ਦੱਤ। ਰਾਮ ਨਰੈਣ ਦੱਤ ਦਾ ਪੁੱਤਰ ਸੀ ਅੜੂ ਰਾਮ ਦੱਤ ਤੇ ਅੜੂ ਰਾਮ ਦੱਤ ਦਾ ਪੁੱਤਰ ਸੀ ਪੰਡਤ ਕਿਰਪਾ ਰਾਮ ਦੱਤ, ਜਿਹੜਾ ਸ਼ੇਖ ਬ੍ਰਹਮ ਦੱਤ ਭਾਵ ਕੇ ਪੰਡਤ ਬ੍ਰਹਮ ਦੱਤ ਦਾ ਰਿਸ਼ਤੇ 'ਚ ਪੜਪੋਤਾ ਲੱਗਦਾ ਹੈ ਕਿਰਪਾ ਰਾਮ ਦੱਤ। ਤੇ ਇਹ ਕਈ ਪੀੜ੍ਹੀਆਂ ਤੋਂ ਗੁਰੂ ਘਰ ਨੂੰ ਸਾਧ ਸੰਗਤ ਜੀ ਜਾਣਦੇ ਹਨ, ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਇਸ ਕਰਕੇ ਸਾਰੇ ਆ ਕੇ ਬੇਨਤੀ ਕਰਦੇ ਨੇ ਕਿ ਕਿਰਪਾ ਰਾਮ ਜੀ ਹੁਣ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਕਿਵੇਂ ਬਚ ਸਕਦੇ ਹਾਂ, ਕਿਉਂਕਿ ਉਹਨੇ ਹਿੰਦੀ ਜ਼ੁਬਾਨ ਤੇ ਪਾਬੰਦੀ ਲਾ ਦਿੱਤੀ, ਉਹਨੇ ਹਿੰਦੁਸਤਾਨ ਦੀ ਧਰਤੀ ਤੇ ਮੰਦਿਰ ਢਾਉਣੇ ਸ਼ੁਰੂ ਕਰ ਦਿੱਤੇ। ਯਾਦ ਰੱਖਣਾ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ 59 ਸ਼ਬਦ ਤੇ 57 ਸ਼ਲੋਕ ਪੜ੍ਹਦੇ ਹਾਂ, ਇਹਦੇ ਵਿੱਚ ਬਹੁਤਾਂਤ ਜਿਹੜੀ ਸ਼ਬਦਾਵਲੀ ਮਹਾਰਾਜ ਨੇ ਹਿੰਦੀ ਭਾਸ਼ਾ ਵਰਤੀ ਹੈ। ਤੇ ਹਿੰਦੀ ਭਾਸ਼ਾ ਵਰਤੀ ਕਦੋਂ? ਜਦੋਂ ਸਮੇਂ ਦਾ ਬਾਦਸ਼ਾਹ ਹਿੰਦੁਸਤਾਨ ਚੋਂ ਹਿੰਦੀ ਤੇ ਪਾਬੰਦੀ ਲਾ ਰਿਹਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਦੋਂ ਇਸ ਭਾਸ਼ਾ ਦੇ ਵਿੱਚ ਬਾਣੀ ਲਿਖ ਕੇ ਇਹਨਾਂ ਲੋਕਾਂ ਨੂੰ ਜਿਉਣ ਦੀ ਜਾਚ ਸਿਖਾ ਰਹੇ ਹਨ। ਤੇ ਇੱਕ ਗੱਲ ਕਹਿੰਦੇ ਨੇ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਕੀ ਹੋ ਗਿਆ? ਉੱਠੋ, ਤਕੜੇ ਹੋਵੋ ਤੇ ਆਪਣੇ ਧਰਮ ਵਾਸਤੇ ਲੜੋ, ਸੰਘਰਸ਼ ਕਰੋ, ਤਾਂ ਹੀ ਤੁਸੀਂ ਇਸ ਹਿੰਦੁਸਤਾਨ ਦੀ ਧਰਤੀ ਤੇ ਜਿੰਦਾ ਰਹਿ ਸਕਦੇ ਹੋ। ਸਾਧ ਸੰਗਤ ਜੀ, ਪੂਰਬ ਦੇ ਬਹੁਤ ਸਾਰੇ ਤੀਰਥ ਸਥਾਨਾਂ ਤੇ ਵੀ ਇਹ ਕਸ਼ਮੀਰ ਦੇ ਪੰਡਤ ਜਾਂਦੇ ਨੇ। ਅਖੀਰ ਘੁੰਮ ਘੁਮਾ ਕੇ ਅਮਰਨਾਥ ਵਰਗੇ ਵੱਡੇ ਵੱਡੇ ਮੰਦਿਰਾਂ ਵਿੱਚ ਵੀ ਗਏ, ਪਰ ਅਖੀਰ ਜਦੋਂ ਕਿਰਪਾ ਰਾਮ ਦੱਤ ਦੀ ਅਗਵਾਈ ਵਿੱਚ ਇਹ ਸਾਰਾ ਕਸ਼ਮੀਰੀ ਪੰਡਤਾਂ ਦਾ ਵਫਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ। ਇਹਨਾਂ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰਦਾਸ ਸਿੱਖ ਨੇ ਮਹਾਰਾਜ ਨੂੰ ਆ ਕੇ ਦੱਸਿਆ ਕਿ ਪਾਤਸ਼ਾਹ ਕਸ਼ਮੀਰ ਦੇ ਪੰਡਤ ਬ੍ਰਾਹਮਣ ਆਏ ਹਨ। ਇਹਨਾਂ ਆ ਕੇ ਫਰਿਆਦ ਕੀਤੀ, ਮਹਾਰਾਜ ਸਾਡੀ ਧੋਤੀ ਬੋਦੀ ਤਿਲਕ ਨੂੰ ਖਤਰਾ ਹੈ ਔਰ ਇੱਕੇ ਗੱਲ ਤੇ ਔਰੰਗਜ਼ੇਬ ਅੜਿਆ ਹੈ ਕਿ ਮੈਂ ਇਸ ਹਿੰਦੁਸਤਾਨ ਦੇ ਅੰਦਰੋਂ ਸਭ ਧਰਮ ਖਤਮ ਕਰਕੇ ਤੇ ਦੁਨੀਆ ਦੇ ਉੱਤੇ ਕੇਵਲ ਇਸਲਾਮ ਦਾ ਪਰਚਮ ਚਲਾਵਾਂਗਾ ਔਰ ਇਸ ਕਰਕੇ ਅੱਜ ਸਾਡੇ ਧਰਮ ਨੂੰ ਤੇ ਧਾਰਮਿਕ ਚਿੰਨ੍ਹਾਂ ਨੂੰ ਖਤਰਾ ਹੈ। ਯਾਦ ਰੱਖਣਾ ਸਾਧ ਸੰਗਤ, ਇਹ ਸਾਡੇ ਚਿੰਨ੍ਹ ਨਹੀਂ ਸਨ, ਨਾ ਤਿਲਕ ਸਿੱਖਾਂ ਦਾ ਚਿੰਨ੍ਹ, ਨਾ ਬੋਧੀ ਸਿੱਖਾਂ ਦਾ ਚਿੰਨ੍ਹ, ਨਾ ਜਨੇਊ ਸਿੱਖਾਂ ਦਾ ਚਿੰਨ੍ਹ। ਖਤਰਾ ਸੀ ਇਹਨਾਂ ਨੂੰ। ਪਰ ਗੁਰੂ ਨਾਨਕ ਦੇ ਘਰ ਨੂੰ ਸਾਧ ਸੰਗਤ ਜਦੋਂ ਅਸੀਂ ਇਤਿਹਾਸ ਦੇ ਅੰਦਰੋਂ ਪੜਾਂਗੇ,
ਸਾਡੀ ਲੜਾਈ ਸ਼ੁਰੂ ਤੋਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਰਹੀ ਹੈ। ਔਰ ਕੋਈ ਸਮਾਂ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪੰਡਤ ਹਰਦਿਆਲ ਜ਼ਬਰਦਸਤੀ ਜਨੇਊ ਪਾਉਂਦਾ ਹੈ ਤੇ ਮਹਾਰਾਜ ਪਾਉਂਦੇ ਨਹੀਂ, ਪਰ ਇੱਥੇ ਜਨੇਊ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਆਪ ਕੁਰਬਾਨ ਕਰਾਉਣ ਲਈ ਤਿਆਰ ਹੋ ਜਾਂਦੇ ਨੇ। ਕਾਰਨ ਕਿ ਉੱਥੇ ਧੱਕੇ ਨਾ ਪਾਇਆ ਜਾ ਰਿਹਾ ਸੀ, ਨਹੀਂ ਪ੍ਰਵਾਨ ਕੀਤਾ, ਤੇ ਇੱਥੇ ਧੱਕੇ ਨਾਲ ਲਾਏ ਜਾ ਰਹੇ ਸਨ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਦੁਨੀਆ ਦੇ ਲੋਕੋ, ਸੰਸਾਰ ਦੇ ਅੰਦਰ ਗੁਰੂ ਨਾਨਕ ਦਾ ਘਰ ਧੱਕੇ ਨੂੰ ਕਦੇ ਪ੍ਰਵਾਨ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੇ ਜਦੋਂ ਉਹਨਾਂ ਨੇ ਇਹ ਬਚਨ ਕਿਹਾ ਕਿ ਜਾਓ ਸਾਡਾ ਸੁਨੇਹਾ ਔਰੰਗੇ ਨੂੰ ਦੇ ਦਿਓ ਕਿ ਸਾਡਾ ਆਗੂ ਸਾਡਾ ਗੁਰੂ ਤੇਗ ਬਹਾਦਰ ਸਾਹਿਬ ਹੈ, ਜੇਕਰ ਉਹ ਇਸਲਾਮ ਦੇ ਅੰਦਰ ਆ ਜਾਵੇ ਤੇ ਅਸੀਂ ਆਪਣਾ ਧਰਮ ਛੱਡ ਕੇ ਇਸਲਾਮ ਵਿੱਚ ਆਉਣ ਲਈ ਤਿਆਰ ਹਾਂ। ਇਹ ਖਬਰ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚਦੀ ਹੈ ਤੇ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਤੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਨਿਵਾਸ ਰੱਖ ਰਹੇ ਹਨ। ਬਹੁਤ ਸਾਰੇ ਸਿੱਖ ਕੋਲ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜਾਣੀ ਜਾਣ। ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਜਦੋਂ ਸ਼ਹੀਦ ਹੋਣ ਵਾਲੇ ਨੂੰ ਪਤਾ ਹੋਵੇ ਕਿ ਮੈਂ ਜਿਸ ਧਰਤੀ ਤੇ ਜਾਣਾ ਵਾਪਸ ਨਹੀਂ ਆਵਾਂਗਾ, ਤੇ ਉਹਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਕਾ ਕਹਿ ਕੇ ਆਪਣੀ ਬਾਣੀ 'ਚ ਸੰਬੋਧਨ ਕੀਤਾ ਹੈ। ਅੱਜ ਮਹਾਰਾਜ ਨੂੰ ਪਤਾ ਵੀ ਇਹ ਸਾਕਾ ਹੁਣ ਵਰਤਣਾ ਹੈ। ਸਾਧ ਸੰਗਤ ਜੀ, ਔਰੰਗਜ਼ੇਬ ਨੇ ਵੀ ਤਿਆਰੀ ਕਰ ਲਈ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਵੇ। ਇਧਰ ਮਹਾਰਾਜ ਮੋਹਰੀ ਸਿੱਖਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਤੁਰਦੇ ਹਨ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੀ ਮਹਿਜ ਉਮਰ ਕੇਵਲ 9 ਸਾਲ ਦੀ ਸੀ ਉਸ ਸਮੇਂ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰਦੇ ਹਨ। ਜਦੋਂ ਅਸੀਂ ਪ੍ਰਾਤਨ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਸਭ ਤੋਂ ਪ੍ਰਾਤਨ ਸਰੋਤ ਜਿਨ੍ਹਾਂ ਵਿੱਚ ਇਹ ਜ਼ਿਕਰ ਮਿਲਦਾ ਹੈ ਕਿ ਮਹਾਰਾਜ ਆਨੰਦਪੁਰ ਨੂੰ ਛੱਡ ਕੇ ਸਭ ਤੋਂ ਪਹਿਲਾ ਪੜਾ ਜਿੱਥੇ ਅਜੋਕਾ ਪਟਿਆਲਾ ਸ਼ਹਿਰ ਹੈ ਨਾ, ਇਹ ਉਸ ਵੇਲੇ ਪਟਿਆਲਾ ਨਹੀਂ ਸੀ ਵਸਿਆ, ਇਹਦਾ ਨਾਂ ਸੈਫਾਬਾਦ ਸੀ। ਇੱਥੇ ਸੈਫਦੀਨ ਕਰਕੇ ਇੱਕ ਪੀਰ ਰਹਿੰਦਾ ਸੀ। ਮਹਾਰਾਜ ਕੁਝ ਦਿਨ ਫਿਰ ਇਸ ਸੈਫਾਬਾਦ ਨਗਰ ਵਿੱਚ ਸਾਧ ਸੰਗਤ ਰੁਕਦੇ ਆ। ਇੱਥੋਂ ਮਹਾਰਾਜ ਸਮਾਣੇ ਦੀ ਧਰਤੀ ਤੇ ਜਾਂਦੇ ਆ। ਸਮਾਣੇ ਵੀ ਇੱਕ ਪਠਾਨ ਤੇ ਬਖਸ਼ਿਸ਼ ਕੀਤੀ। ਉਥੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਰਹਾਲੀ ਨਗਰ ਜਾਂਦੇ ਆ। ਅੱਜ ਵੀ ਉੱਥੇ ਗੁਰੂ ਘਰ ਬਣਿਆ ਹੋਇਆ ਮਹਾਰਾਜ ਦੀ ਯਾਦ ਵਿੱਚ। ਇੱਥੋਂ ਮਹਾਰਾਜ ਫਿਰ ਚੀਕੇ ਜਾਂਦੇ ਆ। ਚੀਕੇ ਤੋਂ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਂਦ ਧਮਧਾਨ ਹੁੰਦੇ ਹੋਏ ਬਹੁਤ ਸਾਰੇ ਨਗਰਾਂ ਵਿੱਚ ਭਰਮਣ ਕਰਕੇ ਆਗਰੇ ਦੀ ਧਰਤੀ ਤੇ ਪਹੁੰਚਦੇ ਹਨ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਆਗਰੇ ਗਏ, ਇੱਥੇ ਵੀ 2 ਸਥਾਨ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਬਣੇ ਹੋਏ। ਇੱਕ ਮਾਈ ਕਾ ਥਾਨ ਹੈ। ਮਹਾਰਾਜ ਜਦੋਂ ਬਗੀਚੇ ਵਿੱਚ ਜਾ ਕੇ ਬੈਠੇ ਤੇ ਵੇਖਿਆ ਵੀ ਇੱਕ ਆਜੜੀ ਭੇਡਾਂ ਤੇ ਬੱਕਰੀਆਂ ਚਾਰਦਾ ਪਿਆ ਹੈ। ਇਸ ਨੌਜਵਾਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਬਹੁਤ ਕੀਮਤੀ ਅੰਗੂਠੀ ਦਿੱਤੀ। ਕਵੀ ਸੰਤੋਖ ਸਿੰਘ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਆਪਣੇ ਗ੍ਰੰਥ ਵਿੱਚ ਲਿਖਦੇ ਨੇ ਕਿ ਉਹ ਕੀਮਤੀ ਮੁੰਦਰੀ ਜਿਹਦੇ ਵਿੱਚ 8 ਨੁਕਰਾ ਹੀਰਾ ਜੜਿਆ ਹੋਇਆ ਸੀ, ਤੇ ਨਾਲ ਇਹ ਗੱਲ ਕਹੀ ਕਿ ਤੇਰੇ ਇੱਜੜ ਦੀ ਰਾਖੀ ਸਾਡੇ ਸਿੱਖ ਕਰ ਲੈਣਗੇ, ਤੇ ਤੂੰ ਜਾ ਇਸ ਅੰਗੂਠੀ ਨੂੰ ਗਹਿਣੇ ਪਾ ਕੇ ਉਥੋਂ 2 ਟਕੇ 2 ਰੁਪਏ ਲੈ ਕੇ ਕੁਝ ਮਿਸ਼ਠਾਨ ਕੁਝ ਮਠਿਆਈ ਲੈ ਕੇ ਆ। ਇਹਨੇ ਹੱਥ ਜੋੜ ਕੇ ਕਿਹਾ ਕਿ ਮਹਾਰਾਜ ਮੇਰੇ ਕੋਲ ਕੋਈ ਚੰਗਾ ਕੱਪੜਾ ਨਹੀਂ, ਮੇਰੇ ਤਨ ਤੇ ਪਾਏ ਹੋਏ ਕੱਪੜੇ ਵੀ ਬੜੇ ਮੈਲੇ ਕੁਚੈਲੇ ਹਨ, ਤੇ ਮੈਂ ਮਠਿਆਈ ਬੰਨ ਕੇ ਕਿਵੇਂ ਲੈ ਕੇ ਆਵਾਂਗਾ। ਹਜੂਰ ਨੇ ਦੂਸਰਾ ਫਿਰ ਇੱਕ ਕੀਮਤੀ ਦਸ਼ਾਲਾ ਦਿੱਤਾ। ਇਹ ਆਜੜੀ ਇੱਕ ਕੀਮਤੀ ਦਸ਼ਾਲਾ ਤੇ ਇੱਕ ਉਹ ਜਿਹੜੀ ਮੁੰਦਰੀ ਸੀ ਲੈ ਕੇ ਦੁਕਾਨ ਤੇ ਪਹੁੰਚਦਾ ਹੈ। ਦੁਕਾਨ ਵਾਲੇ ਨੇ ਵੇਖਿਆ ਵੀ ਬੰਦੇ ਦੇ ਬਸਤਰ ਪਾਟੇ ਨੇ, ਮੈਲੇ ਕੁਚੈਲੇ ਨੇ, ਤੇ ਉਹ ਕਹਿੰਦਾ ਤੂੰ ਏਡੀ ਕੀਮਤੀ ਮੁੰਦਰੀ ਲਈ ਕਿੱਥੋਂ? ਤੇ ਉਹਨੇ ਜਵਾਬ ਦਿੱਤਾ, ਜੀ ਸਾਡੇ ਇਸ ਸ਼ਹਿਰ ਦੇ ਅੰਦਰ ਬਗੀਚੇ ਵਿੱਚ ਕੋਈ ਰਹਿਬਰ ਆਇਆ ਹੈ, ਇਹ ਮੁੰਦਰੀ ਮੈਨੂੰ ਉਹਨਾਂ ਨੇ ਦਿੱਤੀ ਹੈ। ਉਹਨੇ ਅੱਗੋਂ ਦਰੋਗੇ ਨਾਲ ਗੱਲ ਕੀਤੀ, ਦਰੋਗੇ ਨੇ ਕਿਲੇਦਾਰ ਨਾਲ ਕੀਤੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਵੇਖੋ ਮਹਾਰਾਜ ਆਪ ਆਪਣੀ ਗ੍ਰਿਫਤਾਰੀ ਦੇਣ ਲਈ ਤਿਆਰ ਹੋਏ, ਤੇ ਤਾਂ ਹੀ ਉਹਨਾਂ ਨੇ ਇਹ ਕੌਤਕ ਵਰਤਾਇਆ। ਫਿਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਦਿਨ ਰਹੇ ਆਗਰੇ ਦੀ ਧਰਤੀ ਤੇ। ਹੁਣ ਆਗਰੇ ਤੋਂ ਸੁਣਿਆ ਜਾਂਦਾ ਹੈ ਔਰੰਗਜ਼ੇਬ ਬਾਦਸ਼ਾਹ ਨੂੰ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਦਾ ਦਰੋਗਾ ਤੇ ਇੱਥੋਂ ਦੇ ਕਿਲੇ ਦਾ ਕਿਲੇਦਾਰ ਉਹ ਸੁਨੇਹਾ ਭੇਜਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਉਹ ਸਾਡੇ ਪਾਸ ਹਨ। ਇਤਿਹਾਸ ਕਹਿੰਦਾ 12,000 ਸੈਨਿਕਾਂ ਨੂੰ
औरंगजेब इस करके महाराज नूं पकड़न वास्ते भेजदा है कि गुरु हरगोबिंद साहब महाराज ने ग्वालियर के किले विचों 52 बेकसूर राजे छुडवाए सन। वो राजे उन्हां राजियां दे पुत पोतरे गुरु नानक दे घर नाल जुड़े ने, किते ये ना होवे कि मेरे थोड़े सैनिक जाण ते ये जिहड़े राजे हन ये मेरे सैनिकां दे उत्ते भारी पै जाण। पर शायद उन्होंने ये नहीं सी पता कि इन्हां विचों कोई अगे नहीं आया, क्योंकि आउण वाले समय च भी गुरु गोबिंद सिंह महाराज जदों उन्होंने श्री आनंदपुर साहब की धरती ते घेरा पा लिया ना, औरंगजेब दीआं फौजां ते पहाड़ी राजियां ने घेरा जरूर पा लिया, पर एहसान फरामोश सन। इन्हां एक बार ना सोचा पहाड़ी राजियां ने कि जिस गुरु दे बाबे ने साडे बजुर्गां नूं ग्वालियर दे किले चों रिहा करवाया, अज असीं गुरु नूं घेरा पा के की साबित करना चाहुंदे। पर यह तौखला ये डर सी। कवि जी कहिंदे भी औरंगजेब दे मन दे अंदर, इस करके उन्हें 12,000 सैनिक भेजिया ते सतगुरु गुरु तेग बहादुर साहब महाराज, भाई मती दास, भाई सती दास, भाई दयाला जी, भाई ऊदा जी, भाई गुरदित्ता जी, ये तादक सिखां दे नाल दिल्ली दी धरती ते जांदे हन। हुण वेखियो भी दिल्ली दी धरती ते की कुछ वापरदा है। सब तो पहला महाराज नूं एक पुरानी हवेली दे अंदर कैद किया गया ते लोकां दे मनां अंदर ये भरम सी कि इस हवेली विच भूतां ते प्रेतां दा वास है। इत्थे वड्डे वड्डे दैंत रहिंदे हन, पर जिथे बाबे नानक दी 9वीं जोत दे चरण पै गए, इतिहास कहिंदा वड्डे वड्डे दैंत भी उन्हां हवेलियां विच गुरु नानक साहब दे चरनां ते आके झुक गए, क्योंकि गुरु तेग बहादुर कोल नाम है ते बाणी दा ये बचन है, ब्रह्म बिंदै तिस दा ब्रह्मत रहे, एक शब्द लिव लाए, नव निधि 18 सिद्धि पिछे लगियां फिरहें, जो हर हिरदै सदा वसाए। इत्थे बहुत सारे कौतक कीते गुरु तेग बहादुर साहब महाराज ने। फिर दूजी वार दिल्ली दी कोतवाली दे अंदर सतगुरु सच्चे पातशाह महाराज नूं बंद कर दिता गया, और साध संगत ये भी एक तसीहा सी। फिर तीसरा तसीहा इतिहास कहिंदा है, एक पिंजरा लोहे दा बनाया गया, और वो जिहड़ा पिंजरे दा लोहा सी ना, लोहे दा पिंजरा सी, ਉਹਦੇ ਵਿੱਚ ਉੱਪਰੋਂ ਵੀ ਸੂਏ ਲੱਗੇ ਹੋਏ ਨੇ ਕਿ ਜੇਕਰ ਅੰਦਰ ਵੜਿਆ ਮਨੁੱਖ ਕੋਈ ਵੀ ਉਹ ਸਿੱਧਾ ਖਲੋਣ ਦਾ ਯਤਨ ਕਰੇ ਤੇ ਉਹ ਸੂਏ ਸਿਰ ਵਿੱਚ ਖੁੱਭਦੇ ਸਨ, ਔਰ ਆਲੇ ਦੁਆਲੇ ਵੀ ਸੂਏ ਲੱਗੇ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਤੀਸਰਾ ਤਸੀਹਾ ਦੇਣ ਵਾਸਤੇ ਉਸ ਪਿੰਜਰੇ 'ਚ ਬੰਦ ਕੀਤਾ ਗਿਆ। ਔਰ ਸਾਧ ਸੰਗਤ ਇੱਕੋ ਗੱਲ ਕਹੀ ਗਈ ਕਿ ਪਹਿਲੀ ਗੱਲ ਕਮਾਲੇ ਕਰਾਮਾਤ, ਜਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਾਮਾਤ ਵਿਖਾ ਦਿਓ, दूजी गल कही भी जां फिर इस्लाम में आ जाओ, ते तीसरी गल कही नहीं तो तुहानू इस दिल्ली दे चांदनी चौक अंदर शहीद कर दिता जाएगा। याद रखना साडे पुरातन स्रोतां च बचन लिखिया है। महाराज गुरु तेग बहादुर साहब कहन लगे, औरंगजेब तू पहली गल कही है करामात, जे मैं करामात विखाउंदा हां ते मेरे इस धर्म की आत्मिक मौत हुंदी है। तू दूजी गल कही भी इस्लाम कबूल कर लो। गुरु तेग बहादुर साहब दिल्ली की धरती ते कहिंदे ने, औरंगजेब जे मैं इस्लाम कबूल करदा हां ते फिर मेरे धर्म की शरीरक मौत हुंदी है। याद रखना करामात विखाउण नाल आत्मिक मौत, जेकर मैं इस्लाम प्रवान करां तां शरीरक मौत। ते महाराज ने कहा जेकर मैं अपना आप कुर्बान करवा दियां इस दिल्ली की चांदनी चौक की धरती ते, फिर मेरे धर्म नूं आत्मिक तौर ते शरीरक तौर ते बल मिलता है। इस करके ना मैं करामात प्रवान करा, ना मैं इस्लाम प्रवान करा, ते आ जिहड़ा तू मरण दा डर दे रहा है, ये तां साडे पातशाह पहला ही बाणी च कह गए भी पहला मरण कबूल, जीवन की छड़ आस, हो सबना की रेनका तो आओ हमारे पास। याद रखना साध संगत, गुरु पिंजरे विच कैद है ते सामने 3 सिख अज भी चांदनी चौक इस गल की गवाही भरदा है। ये चांदनी चौक दा नां तां सी भी शाहजहां दी जिहड़ी बेटी सी जहां मरा उहदा नां सी, इतिहास अंदर आया उन्हें उत्थे एक चबच्चा बनाया सी, ते जदों भरे पानी विच सूरज दीयां किरनां पैंदियां ते ओह चांदनी वांग चमकदा सी पानी, उथों उहदा नां चांदनी चौक पै गया। हुण उत्थे कोई चबच्चा नहीं, कुछ नहीं, उस जगह ते घंटा घर स्थापित है। पर याद रखना साध संगत, जे दुनिया ते अज भी उत्थे कोई किरण पैंदी है जां उहनूं चांदनी चौक नूं दुनिया च वेखिया जांदा है,
ਉਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹੀਦੀ ਕਰਕੇ ਹੀ ਵੇਖਿਆ ਜਾਂਦਾ ਹੈ। ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ ਗਿਆ ਤੇ ਆਖਰੀ ਖਵਾਇਸ਼ ਪੁੱਛੀ, ਮਤੀ ਦਾਸਾ ਤੇਰੇ ਸਾਹਮਣੇ ਤੇਰਾ ਗੁਰੂ ਵੀ ਹੈ। ਇਧਰ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਕੇ ਕਿਹਾ, ਦੱਸ ਤੇਰੀ ਆਖਰੀ ਖਵਾਇਸ਼। ਦੋ ਖਵਾਇਸ਼ਾਂ ਕਹੀਆਂ ਮਤੀ ਦਾਸ ਨੇ। ਕਹਿੰਦਾ ਪਹਿਲੀ ਖਵਾਇਸ਼ ਇਹ ਕਿ ਜਦੋਂ ਮੇਰੇ ਸਿਰ ਤੇ ਆਰਾ ਰੱਖੋਗੇ ਤੇ ਮੇਰਾ ਮੂੰਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਿੰਜਰੇ ਵੱਲ ਹੋਣਾ ਚਾਹੀਦਾ, ਕਿਉਂਕਿ ਨਾ ਮਤੀ ਦਾਸ ਨੇ ਜਿਉਂਦਿਆਂ ਗੁਰੂ ਨੂੰ ਪਿੱਠ ਦਿੱਤੀ ਤੇ ਨਾ ਹੀ ਮੈਂ ਸ਼ਹੀਦ ਹੋਣ ਵੇਲੇ ਆਪਣੇ ਗੁਰੂ ਨੂੰ ਪਿੱਠ ਦੇਣੀ ਚਾਹੁੰਦਾ ਹਾਂ। ਸਾਧ ਸੰਗਤ ਮੱਘਰ ਸੁਦੀ ਪੰਜਵੀਂ ਔਰ ਉਸ ਦਿਨ ਵੀਰਵਾਰ ਸੀ ਜਦੋਂ ਭਾਈ ਮਤੀ ਦਾਸ ਨੂੰ ਇਸ ਤਰੀਕੇ ਨਾਲ ਸਿਰ ਤੇ ਆਰਾ ਰੱਖ ਕੇ ਚੀਰਨ ਲੱਗੇ। ਪਹਿਲੀ ਖਵਾਇਸ਼ ਕਹੀ ਮੇਰਾ ਮੁਖ ਗੁਰੂ ਤੇਗ ਬਹਾਦਰ ਸਾਹਿਬ ਵੱਲ ਹੋਵੇ ਤੇ ਦੂਜਾ ਬਚਨ ਕਿਹਾ ਵੇਖਿਓ ਕਿਤੇ ਜਿਹੜਾ ਚੀਰ ਹੈ ਟੇਢਾ ਨਾ ਪਾ ਦਿਓ, ਕਿਉਂਕਿ ਜਲਾਦਾਂ ਨੂੰ ਇਹ ਗੱਲ ਕਹੀ। ਇਹ ਵੀ ਯਾਦ ਰੱਖਣਾ ਕੀਮਤੀ ਬਾਤ ਹੈ ਕਿ ਜਲਾਦ ਵੀ ਇਸਲਾਮ ਵਿੱਚ ਦੋ ਤਰ੍ਹਾਂ ਦੇ ਹੋਇਆ ਕਰਦੇ ਸਨ। ਇੱਕ ਆਮ ਜਲਾਦ ਤੇ ਜਿਹੜਾ ਧਾਰਮਿਕ ਪੁਰਸ਼ਾਂ ਜਾਂ ਰਹਿਬਰਾਂ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੀ ਉਹਨੂੰ ਸੈਯਦ ਜਲਾਦ ਕਰਕੇ ਕਿਹਾ ਜਾਂਦਾ ਸੀ। ਇਹ ਮੁਹੰਮਦ ਸਾਹਿਬ ਦੀ ਬੇਟੀ ਬੀਬੀ ਫਾਤਿਮਾ ਉਹਦੇ ਪਰਿਵਾਰ ਤੋਂ ਅੱਗੋਂ ਫਿਰ ਸੈਯਦ ਜਿਹੜਾ ਖਾਨਦਾਨ ਇਹ ਚੱਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜ਼ਿਬਾ ਕੀਤਾ ਉਹ ਵੀ ਸੈਯਦ ਸ਼ਾਸਲ ਤੇ ਬਾਸ਼ਲ ਬੇਗ। ਜਿਨ੍ਹਾਂ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਦਿੱਲੀ ਦੀ ਧਰਤੀ ਤੇ ਉਹ ਵੀ ਸਾਧ ਸੰਗਤ ਸੈਯਦ ਅਮੀਨ ਖਾਨ। ਤੇ ਜਿਸ ਕਾਜੀ ਨੇ ਚਿੱਟਾ ਝੰਡਾ ਲੈ ਕੇ ਜਿਹੜਾ ਵਲੀ ਹਸਨ ਆਨੰਦਪੁਰ ਸਾਹਿਬ ਦੀ ਧਰਤੀ ਤੇ ਰੰਗਜੇਬ ਭੇਜਦਾ ਹੈ ਇਹ ਵੀ ਸੈਯਦ ਵਲੀ ਹਸਨ। ਤੇ ਇਧਰ ਜਿਹੜਾ ਜਲਾਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਨ ਲਈ ਅੱਗੇ ਆਉਂਦਾ ਹੈ ਇਹ ਵੀ ਸੈਯਦ ਜਲਾਲੂਦੀਨ। ਧਾਰਮਿਕ ਪੁਰਸ਼ਾਂ ਵਾਸਤੇ ਜਲਾਦ ਸੈਯਦ ਕਿਉਂ ਮੁਕਰਰ ਕੀਤੇ ਜਾਂਦੇ ਸਨ? ਇਹਦਾ ਵੀ ਇੱਕ ਕਾਰਨ ਸੀ ਕਿ ਜੇ ਕਿਤੇ ਮੌਤ ਵੇਖ ਕੇ ਕੋਈ ਧਾਰਮਿਕ ਵਿਅਕਤੀ ਇਹ ਕਵੇ ਕਿ ਮੈਂ ਇਸਲਾਮ ਪ੍ਰਵਾਨ ਕਰਨ ਲਈ ਤਿਆਰ ਹਾਂ ਤੇ ਇਸਲਾਮ ਦਾ ਕਾਨੂੰਨ ਸੀ ਉਹਨਾਂ ਗੈਰ ਮੁਸਲਮਾਨਾਂ ਨੂੰ ਮੁਸਲਮਾਨਾਂ 'ਚ ਲਿਆਉਣ ਵਾਸਤੇ ਕੇਵਲ ਸੈਯਦ ਹੀ ਮਰਜ਼ਾਦਾ ਨਿਭਾ ਸਕਦੇ ਸਨ। ਇਸ ਕਰਕੇ ਉੱਥੇ ਸੈਯਦ ਜਿਹੜੇ ਜਲਾਦ ਸਨ ਉਹ ਮੁਕਰਰ ਕੀਤੇ ਗਏ। ਤੇ ਮਤੀ ਦਾਸ ਨੇ ਇੱਕ ਬਚਨ ਕਿਹਾ ਕਿ ਜਲਾਦਾ ਇਹ ਜਿਹੜਾ ਮੇਰੇ ਸਿਰ ਤੇ ਰੱਖਿਆ ਆਰਾ ਹੈ ਇਹਦਾ ਚੀਰ ਕਿਤੇ ਟੇਢਾ ਨਾ ਪੈ ਜਾਵੇ ਕਿ ਕੱਲ ਨੂੰ ਆਉਣ ਵਾਲੇ ਸਮੇਂ 'ਚ ਇਤਿਹਾਸ ਲਿਖਿਆ ਜਾਵੇਗਾ, ਜਾਂ ਕਿਤੇ ਮੇਰਾ ਗੁਰੂ ਇਹ ਨਾ ਕਵੇ ਕਿ ਵੇਖੋ ਮਤੀ ਦਾਸ ਦੇ ਸਿਰ ਤੇ ਜਦੋਂ ਆਰਾ ਰੱਖ ਕੇ ਦੋ ਫੜ ਕੀਤਾ ਤੇ ਸ਼ਾਇਦ ਇਹਨੂੰ ਤਕਲੀਫ ਹੋਈ, ਸ਼ਾਇਦ ਇਹਦੇ ਤੋਂ ਦੁੱਖ ਨਾ ਜਰਿਆ ਗਿਆ, ਇਸ ਕਰਕੇ ਚੀਰ ਟੇਢਾ ਪੈ ਗਿਆ। ਮਾਨੋ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਹ ਕੋ ਕਾਹੇ ਕੋ ਮਾਰੇ। ਮੈਂ ਆਪਣੇ ਗੁਰੂ ਦੇ ਪਿਆਰ ਸਦਕਾ ਗੁਰੂ ਨੂੰ ਪਿੱਠ ਨਹੀਂ ਦੇ ਸਕਦਾ, ਪਰ ਜਲਾਦੋ ਇਹੋ ਜੇ ਆਰੇ ਇੱਕ ਤਾਂ ਕੀ ਜਿੰਨੇ ਮਰਜੀ ਆਰੇ ਮੇਰੇ ਸਿਰ ਤੇ ਰੱਖ ਦਿਓ, ਨਾ ਮਤੀ ਦਾਸ ਨੇ ਜਿਉਂਦਿਆਂ ਗੁਰੂ ਨੂੰ ਪਿੱਠ ਦਿੱਤੀ, ਨਾ ਮੈਂ ਸ਼ਹੀਦ ਹੋਣ ਵੇਲੇ ਪਿੱਠ ਦਵਾਂਗਾ। ਆਰਾ ਪਿਆਰਾ ਲਗਤ ਹੈ ਕਾਰਾ ਕਰੂੰ ਬਣਾਏ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਏ। ਸਾਧ ਸੰਗਤ ਯਾਦ ਰੱਖਣਾ। ਫਿਰ ਭਾਈ ਸਤੀ ਦਾਸ ਨੂੰ ਰੂੰ 'ਚ ਲਪੇਟ ਕੇ ਅੱਗ ਲਾਈ। ਉਹਦਾ ਕਾਰਨ ਸੀ ਹੌਲੀ ਹੌਲੀ ਸੇਕ ਲੱਗੇਗਾ, ਮਤੀ ਦਾਸ ਇਹ ਕਵੇਗਾ ਕਿ ਮੈਂ ਆਪਣਾ ਧਰਮ ਛੱਡਣ ਲਈ ਤਿਆਰ, ਪਰ ਇਦਾਂ ਨਾ ਹੋਇਆ। ਉਹਨਾਂ ਨੇ ਆਪਣਾ ਆਪ ਸੜਵਾ ਕੇ ਉਹਨਾਂ ਸ਼ਹੀਦ ਤਾਂ ਹੋ ਗਏ, ਪਰ ਸਾਧ ਸੰਗਤ ਜੀ ਚਾਂਦਨੀ ਚੌਂਕ ਦੀ ਧਰਤੀ ਤੇ ਭਾਈ ਸਾਹਿਬ ਭਾਈ ਸਤੀ ਦਾਸ ਆਪਣੇ ਇਤਿਹਾਸ ਨੂੰ ਜਿੰਦਾ ਰੱਖ ਗਏ। ਫਿਰ ਭਾਈ ਦਿਆਲਾ ਜੀ ਉਹਨਾਂ ਨੂੰ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ। ਹੁਣ ਵੇਖੋ ਸਾਡੀ ਕੌਮ ਦਾ ਇਤਿਹਾਸ, ਨਾ ਤੇ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬੰਦ ਨੇ ਉਹ ਡੋਲੇ, ਤੇ ਨਾ ਸਾਹਮਣੇ ਤਿੰਨ ਸਿੱਖ ਜਿਹੜੇ ਏਡੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ, ਨਾ ਹੀ ਉਹ ਡੋਲੇ। ਸਾਧ ਸੰਗਤ ਪੰਜਾਬੀ ਦੀ ਇੱਕ ਬਹੁਤ ਪ੍ਰਸਿੱਧ ਕਹਾਵਤ ਹੈ, ਮੰਨਿਆ ਜਾਂਦਾ ਹੈ ਵੀ ਦੁਨੀਆ ਤੇ ਇੱਕ ਬਹੁਤਾਂਤ ਰਾਜ ਕਰਨ ਵਾਲਾ ਧਰਮ, ਜਦੋਂ ਉਹਨਾਂ ਦੇ ਪੈਗੰਬਰ ਨੂੰ ਸ਼ਹੀਦ ਕੀਤਾ ਜਾਣ ਲੱਗਾ 13 ਚੇਲੇ ਗਏ ਤੇ ਸਾਹਮਣੇ ਮੌਤ ਵੇਖੀ ਤੇ ਉਹ ਮੁੱਕਰ ਗਏ। ਉਸ ਕੌਮ ਨੂੰ ਅੱਜ ਵੀ 13 ਸ਼ਬਦ ਤੋਂ ਅਲਰਜੀ ਹੈ। ਚੰਡੀਗੜ੍ਹ ਬਣਾਇਆ ਤੇ 12 ਤੋਂ ਬਾਅਦ 13 ਸੈਕਟਰ ਨਹੀਂ ਬਣਾਇਆ, 14 ਬਣਾਇਆ। ਬਾਹਰਲੇ ਦੇਸ਼ਾਂ ਵਿੱਚ ਜਾਓ, ਕੋਈ ਵੀ ਉਸ ਧਰਮ ਦੇ ਲੋਕ 13 ਆਪਣੀ ਗੱਡੀ ਦਾ ਨੰਬਰ ਨਹੀਂ ਲੈਂਦੇ। ਔਰ ਅੱਜ ਵੀ ਪੰਜਾਬੀ ਦੀ ਕਹਾਵਤ ਆਮ ਸੱਥਾਂ 'ਚ ਬੋਲੀ ਜਾਂਦੀ ਹੈ, ਜਿਹੜਾ ਬੰਦਾ ਦੋ ਬੇੜੀਆਂ 'ਚ ਪੈਰ ਰੱਖੇ, ਡਬਲ ਮਾਈਂਡਡ ਹੋ ਕੇ ਚੱਲੇ ਨਾ,
ते क्या जांदा जा फलानिया तू कौन, ना तू तिन्ना चों ते ना तू 13 चों, भी 13 ओ जेड़े पक्के ही छड्ड गए क्योंकि सामने मौत वेखी, ते 3 ओ जिन्हां ने आखिरी साह तक कहा कि असीं गुरु तेग बहादुर साहब दे सिख हां, दुनिया दी कोई ताकत सानू अपने ईमान तो थिड़का नहीं सकती। अज यतन करिए साध संगत, बनना है ते तिन्ना चों बनना है कि हर वेले गुरु दे अंग संग रह के गुर मेरे संग सदा है नाले, सिमर सिमर तिस सदा समाले दे सिद्धांत दे धारनी बन के जीवीए। खैर जलाद सैयद जलालुद्दीन आया ते उन्हें आके गुरु तेग बहादुर साहब महाराज नूं अपनी तेग विखाई। औरंगजेब नूं संबोधन होके गुरु तेग बहादुर साहब ने एक बचन किया जिन्हों साडा एक कवि गुंचा अपनी रचना च बड़ा प्यारा लिखदा है। वो कहंदा मैं हाँ तेग ते कढ लै तेग तू भी, चांदनी चौंक चज दे दिन गुरु तेग बहादुर साहब औरंगजेब नूं कह रहे ने। कहंदे महाराज मैं हाँ तेग ते कढ लै तेग तू भी, एक दो नहीं परख लै 100 तेगां, मैनू लकब है तेग बहादरी दा, मेरे सावे नहीं सकदियां खलो तेगां। ते महाराज ने कहा मैं जमदियां तेगां दी शाम आनी, मेरे बाप ने पहनियां 2 तेगां, मेरे पिता दी अणख बहादरी ते रिया परखदा तेरा प्यो तेगां। ते महाराज नूं मान सी अपने विरसे ते, उन्हां फिर अगे एक बचन किया, कहन लगे हुण भी वेखी तू आउंदे भविख अंदर, मेरे पुत ने वाउणियां ओ तेगां, ओदी तेग चों जेड़ी तेग निकलू लखां लहू ओ तेरियां खो तेगां। सचमुच जिहड़ा लकब साध संगत 13 साल की उम्र विच करतारपुर की धरती ते गुरु हरगोबिंद साहब ने दिता, क्योंकि महाराज जोधे मां बली सूरमे सन। और जदों माता जी सुनिया भेजते ने ना करतारपुर के युद्ध विच कि पुत्र वापस आ जावे, बड़ा लंबा समा हो गया लड़दियां, महाराज की सूरम गति वेखो। उन्हां उत्थे 2 बचन कहे, कहन लगे माता जी सूरमा 2 ही तरीकिਆਂ ਨਾਲ युद्ध के मैदान चों वापस आउंदा है। एक तां उदों जदों युद्ध जित जावे, उहनूं फतेह मिल जावे, जित के आवे, ते दूजा फिर ओदा पवित्र शरीर ही वापस आउंदा लाश के रूप विच, ਉਹ सूरमा नहीं जिहड़ा युद्ध नूं अध विचाले छड्ड के आ जावे। ते गुरु हरगोबिंद साहब ने फिर कहा सी कि तुहाडा नां त्याग मल नहीं, अज तो तुहाडा नां तेग बहादुर। ते महाराज ने एक रमाल दिता ते खालसा जी एक कटार दिती। विद्वान कहंदे ने ਉਹ गुरु हरगोबिंद साहब दा दिता रमाल सृष्टि दी चादर बनिया, ते महाराज सच्चे पातशाह दी दिती कटार ਉਹ गुरु गोबिंद सिंह महाराज सच्चे पातशाह दे हाथ दा खंडा बनिया, जिन्हें अमृत छका के साडे अंदर ओ अणख दलेरी ते युरत भरी कि साध संगत इस हिंदुस्तान दी धरती दी खालसिया ने काया कल्प करके रख दिती। एक कवि कहंदा जद डुलदा खून शहीदां दा, तकदीर बदलदी कौमां दी, रंबियां नाल खोपर लै जांदे तस्वीर बदलदी कौमां दी। याद रखना गुरु अर्जन साहब दी शहीदी होई, सिखां नूं अकाल तख्त मिलिया। 9वें पातशाह गुरु तेग बहादुर साहब की शहीदी हुई, साडी कौम नूं खालसा पंथ मिलिया। ते जिदन छोटे साहिबजादे ते वड्डे साहिबजादियां दा पवित्र खून इस हिंदुस्तान की धरती ते डुलिया, साडी कौम नूं खालसा राज मिलिया। इस करके कदे भी किसी शहीद का डुलिया खून व्यर्थ नहीं जाता। औरंगजेब इन्ना कल्प चुका सी, अंदरों खोखला हो चुका सी, उन्हें फैसला कर लिया कि गुरु की शहीदी तो बाद इन्हां दे पवित्र शरीर के 4 टोटे करके मैं दिल्ली के 4 दरवाजियां ते टंग देंगा। पर सिखां ने दिल्ली की धरती ते दिल्ली की दिलवाली गली च भाई नानू ते भाई अड्डण दे घर जबरदस्त मीटिंग की। भाई जैता जी, भाई लखी शाह वणजारा, इन्हां दियां ड्यूटियां लगियां और महाराज दा धड़ लखी शाह वणजारा लै गया हनेरी तो बाद, ते भाई जैता महाराज दा सीस चुक के आनंदपुर की धरती ते आया। वो दुनिया दा खालसा जी इको ही एक रहबर जिहदे 2 सीस गंज ने, जिहदा अंतिम संस्कार 2 जगह ते होया है। एक साध संगत सीस गंज दिल्ली की धरती ते है, ते दूजा सीस गंज श्री आनंदपुर साहब की धरती ते है। इस करके महाराज सच्चे पातशाह की शहीदी कौम दे अंदर एक रूह फूक गई। निक्की जी गल मैं जरूर कहनी चाहना हाँ साध संगत जी,
ਵੇਖੋ ਮੇਰੀ ਬੇਨਤੀ ਹੈ, ਅੱਜ ਵੀ ਔਰੰਗਜ਼ੇਬ ਦੀ ਕਬਰ ਹੈ ਔਰੰਗਾਬਾਦ ਤੇ ਜਦੋਂ ਉੱਥੇ ਜਾਵੇ ਨਾ ਕੋਈ ਤੇ ਕਬਰਾਂ ਇਦਾਂ ਦੀਆਂ ਬਣਦੀਆਂ, ਇਦਾਂ ਦੀ ਉਹਨਾਂ ਨੂੰ ਸ਼ੇਪ ਦਿੱਤੀ ਜਾਂਦੀ ਹੈ ਵੀ ਉੱਪਰੋਂ ਬਿਲਕੁਲ ਉਹ ਨੰਗੀਆਂ ਹੁੰਦੀਆਂ ਹਨ, ਵੀ ਛੱਤ ਨਹੀਂ ਹੁੰਦੀ। ਤੇ ਇੱਕ ਵਿਦਵਾਨ ਕਹਿੰਦਾ ਮੈਂ ਉਹਦੀ ਕਬਰ ਤੇ ਗਿਆ, ਵੇਖਿਆ ਵੀ ਉੱਥੇ ਦੀਵਾ ਵੱਟੀ ਕਰਨ ਵਾਲਾ ਬੰਦਾ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਪਿਆ। ਕਹਿੰਦਾ ਮੈਂ ਉੱਥੇ ਖੜਾ ਸੀ ਤੇ ਬੱਦਲਵਾਈ ਹੋਈ, ਕੀ ਵੇਖਿਆ ਕਿ ਉੱਪਰੋਂ ਮੀਂਹ ਆਉਣ ਦੇ ਪੂਰੇ ਚਾਂਸ ਨੇ। ਤੇ ਮੇਰੇ ਮਨ ਵਿੱਚ ਖਿਆਲ ਆਇਆ, ਮਨਾ ਕੋਈ ਬੰਦਾ ਹੋਵੇਗਾ ਜਿਹੜਾ ਔਰੰਗਜ਼ੇਬ ਕਿਸੇ ਵੇਲੇ ਬਾਦਸ਼ਾਹ ਸੀ, ਇਹਦੀ ਕਬਰ ਦੇ ਉੱਤੇ ਤਰਪਾਲ ਜਾਂ ਚਾਨਣੀ ਤਾਨਣ ਵਾਸਤੇ ਅੱਗੇ ਆਵੇਗਾ। ਕਹਿੰਦਾ ਮੈਂ ਵੇਂਦਾ ਰਿਹਾ, ਕੋਈ ਬੰਦਾ ਨਹੀਂ ਆਇਆ। ਉਹਨੇ ਫਿਰ ਇੱਕ ਗੱਲ ਕਹੀ, ਕਹਿੰਦਾ ਹੇ ਖੁਦਾ, ਹੇ ਰੱਬ ਜੀ, ਵੇਖੋ ਸਮੇਂ ਦੀ ਕਰਵਟ, ਇਹ ਹਿੰਦੁਸਤਾਨ ਦਾ ਬਾਦਸ਼ਾਹ ਸੀ, ਕਿਸੇ ਸਮੇਂ ਤੇ ਕਹਿੰਦਾ ਸੀ ਮੇਰੇ ਹੁਕਮ ਤੋਂ ਬਗੈਰ ਇਸ ਹਿੰਦੁਸਤਾਨ ਦੀ ਧਰਤੀ ਤੇ ਪੱਤਾ ਨਹੀਂ ਝੂਲ ਸਕਦਾ। ਕਹਿੰਦੇ ਵੇਖੋ ਜਿਹੜਾ ਇਹੋ ਜਿਹਾ ਗਰੂਰ ਕਰਨ ਵਾਲਾ ਬਾਦਸ਼ਾਹ, ਕੱਟੜ ਬਾਦਸ਼ਾਹ, ਜ਼ੁਲਮ ਕਰਨ ਵਾਲਾ ਬਾਦਸ਼ਾਹ, ਅੱਜ ਉਹਦੀ ਕਬਰ ਦੇ ਉੱਤੇ ਕੋਈ ਤਰਪਾਲ ਤਾਨਣ ਵਾਲਾ ਨਹੀਂ। ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਦਿੱਲੀ ਚਾਂਦਨੀ ਚੌਕ ਗੁਰਦੁਆਰਾ ਸੀਸਗੰਜ ਸਾਹਿਬ, ਅੱਜ ਵੀ ਜਾ ਕੇ ਵੇਖੋ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਸੋਨੇ ਦੇ ਛਤਰ ਝੂਲਦੇ ਪਏ ਹਨ। ਇਸ ਕਰਕੇ ਸਾਧ ਸੰਗਤ ਸੱਚ ਹਮੇਸ਼ਾ ਜਿੰਦਾ ਰਿਹਾ ਹੈ ਤੇ ਸੱਚ ਨੇ ਜਿੰਦਾ ਰਹਿਣਾ ਹੈ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਦਾ ਦਿਨ ਸੀ ਔਰ ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਹਾਜ਼ਰੀ ਭਰੀ। ਇਸ ਕਰਕੇ ਸਾਧ ਸੰਗਤ ਮੇਰੀ ਬੇਨਤੀ ਹੈ ਕਿ ਅੱਜ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਇਹ ਪ੍ਰੇਰਣਾ ਲੈਣ ਦਾ ਯਤਨ ਕਰੀਏ ਕਿ ਜਿਵੇਂ ਉਹਨਾਂ ਤਿੰਨਾਂ ਸਿੱਖਾਂ ਨੇ ਇਤਿਹਾਸ ਦੁਹਰਾਇਆ। ਦੋ ਬਚਨ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਆਵਾਂਗਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ੍ਰੀ ਰਾਗ ਤੋਂ ਸ਼ੁਰੂ ਹੁੰਦੀ ਹੈ ਤੇ ਮਹਾਰਾਜ ਸਾਹਿਬ ਜੀ ਦਾ ਆਖਰੀ ਰਾਗ ਜੈਜਾਵੰਤੀ ਹੈ। ਜੈਜਾਵੰਤੀ ਤੋਂ ਪਹਿਲਾਂ ਇੱਕ ਰਾਗ ਆਉਂਦਾ ਜਿਹਨੂੰ ਆਪਾਂ ਪ੍ਰਭਾਤੀ ਰਾਗ ਕਹਿੰਦੇ। ਅਸਲ 'ਚ ਸੰਕੇਤ ਦਿੰਦੀ ਹੈ ਸਾਨੂੰ ਬਾਣੀ ਵੀ ਜਦੋਂ ਕਿਤੇ ਤੇਰੇ ਚੋਂ ਗੁਣਾ ਰੂਪੀ ਸ਼ਾਮ ਪੈਣ ਲੱਗੇ, ਵੀ ਗੁਣ ਖਤਮ ਹੋਣ ਤੇ ਸ਼ਾਮਾਂ ਪੈਣ ਲੱਗਣ। ਸ੍ਰੀ ਰਾਗ ਸ਼ਾਮਾਂ ਦਾ ਰਾਗ ਹੈ ਨਾ, ਤੇ ਮਹਾਰਾਜ ਕਹਿੰਦੇ ਵੀ ਫਿਰ ਤੇਰੀ ਜ਼ਿੰਦਗੀ 'ਚ ਪ੍ਰਭਾਤ ਜ਼ਰੂਰ ਆਵੇਗੀ, ਤੂੰ ਸੱਚੇ ਮਨ ਨਾਲ ਵਾਹਿਗੁਰੂ ਦਾ ਨਾਮ ਜਪ। ਤੇ ਜਿੱਦਣ ਪ੍ਰਭਾਤ ਆ ਗਈ, ਪ੍ਰਭਾਤੀ ਰਾਗ ਦਾ ਅਰਥ ਹੀ ਇਹ ਹੈ। ਉਹਦੇ ਤੋਂ ਬਾਅਦ ਫਿਰ ਜਿੱਤ ਦਾ ਰਾਗ ਹੈ ਜੈਜਾਵੰਤੀ। ਤੇ ਜਿੱਦਣ ਤੇਰੀ ਜ਼ਿੰਦਗੀ 'ਚ ਗੁਣਾਂ ਦੀ ਪ੍ਰਭਾਤ ਆ ਗਈ ਤੇ ਸ਼ਾਮਾਂ ਖਤਮ ਹੋ ਗਈਆਂ, ਉਸ ਦਿਨ ਤੇਰੀ ਜ਼ਿੰਦਗੀ ਦੇ ਅੰਦਰ ਫਿਰ ਜ਼ਰੂਰ ਜਿੱਤ ਹੋਵੇਗੀ। ਇਹ ਜਿੱਤ ਦਾ ਰਾਗ ਹੈ ਤੇ ਸਾਰੇ ਰਾਗ ਦੇ ਵਿੱਚ ਬਾਣੀ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹੈ। ਅੱਜ ਵੀ ਰਾਜਸਥਾਨ ਦੀ ਧਰਤੀ ਤੇ ਜਦੋਂ ਕੋਈ ਰਾਜਾ ਜਿੱਤ ਕੇ ਆਵੇ ਤੇ ਉਸ ਵੇਲੇ ਜੈਜਾਵੰਤੀ ਰਾਗ ਵਿੱਚ ਸੋਹਲੇ ਪੜੇ ਜਾਂਦੇ ਹਨ ਵੀ ਇਹ ਜਿੱਤ ਕੇ ਆਇਆ, ਇਹ ਜਿੱਤ ਦਾ ਰਾਗ ਹੈ। ਇਸ ਕਰਕੇ ਮਾਨੋ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਦੇ ਦਿਨ ਸ਼ਹੀਦੀ ਦੇ ਕੇ ਦੁਨੀਆ ਤੇ ਉਹ ਜਿੱਤ ਕਾਇਮ ਕੀਤੀ ਕਿ ਇੱਥੇ ਵੀ ਜੈ ਜੈਕਾਰ ਹੋਈ ਤੇ ਪਰਲੋਕ 'ਚ ਵੀ ਜੈ ਜੈਕਾਰ ਹੋਈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਮੈਂ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਇਹੋ ਜਿਹਾ ਅਮੀਰ ਇਤਿਹਾਸ ਕਿਸੇ ਕੌਮ ਕੋਲ ਨਹੀਂ। ਅੱਜ ਵੀ ਇਹ ਫੈਸਲਾ ਕਰਨਾ ਚਾਹੀਦਾ ਹੈ। 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ UNO ਮਨਾਉਂਦੀ ਹੈ ਤੇ ਭਾਵੇਂ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਮਨਾਉਣ ਨਾ ਮਨਾਉਣ ਇਹਦੇ ਨਾਲ ਸਾਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਜੇ ਦੁਨੀਆ ਤੇ ਸੱਚਮੁੱਚ ਕੋਈ ਮਨੁੱਖੀ ਅਧਿਕਾਰਾਂ ਦਾ ਰਾਖਾ ਹੈ ਉਹ 9ਵਾਂ ਸਤਿਗੁਰੂ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੈ। ਔਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਸਿਜਦਾ ਕਰੀਏ, ਉਹਨਾਂ ਦੇ ਦਰਸਾਏ ਰਸਤੇ ਤੇ ਚੱਲੀਏ, ਉਹਨਾਂ ਦੀ ਬਾਣੀ ਨਾਲ ਜੁੜੀਏ। 59 ਸ਼ਬਦ ਤੇ 57 ਸ਼ਲੋਕ ਨੇ। ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 400 ਸਾਲਾ ਮਨਾਇਆ ਔਰ ਯਾਦ ਕੀਤਾ ਉਹਨਾਂ ਮਹਾਨ ਸਿੱਖਾਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਸੰਬੰਧ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੀ। ਸੋ ਸਾਧ ਸੰਗਤ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੂਰੇ ਨੇ, ਉਹਨਾਂ ਦੀ ਬਾਣੀ ਪੂਰੀ ਹੈ। ਉਸ ਬਾਣੀ ਨਾਲ ਜੁੜ ਕੇ ਅਸੀਂ ਵੀ ਪੂਰੇ ਹੋਣ ਦਾ ਯਤਨ ਕਰ ਸਕੀਏ, ਤਾਂ ਹੀ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਣਗੇ।